ਵਪਾਰੀਆਂ ਦਾ ਸਾਥ ਦੇਣਾ ਪਹਿਲਾਂ ਤੇ ਮੇਰਾ ਫਰਜ਼ ਹੈਗਾ। ਉਹ ਇਸ ਕਰਕੇ ਕਿ ਮੈਂ ਖੁਦ ਵੀ ਇੱਕ ਵਪਾਰੀ ਹਾਂ। ਜਿਹੜਾ ਮਡਿਓਕਰ ਮੈਨ ਆ ਉਹ ਦਬਦਾ ਹੀ ਜਾ ਰਿਹਾ, ਨਿਰੰਤਰ ਉਹ ਦੱਬਿਆ ਜਾ ਰਿਹਾ। ਉਹਨੂੰ ਹਰ ਕੋਈ ਦੱਬ ਦਿੰਦਾ, ਚਾਹੇ ਉਹ ਕੋਈ ਵੀ ਬੰਦਾ ਹੋਵੇ, ਕਾਨੂੰਨ ਹੋਵੇ, ਚਾਹੇ ਸਿਆਸਤਦਾਨ ਹੋਵੇ। ਸਿਰਫ ਲੋਕ ਇਨਸਾਫ ਪਾਰਟੀ ਇੱਕ ਐਸਾ ਮੰਚ ਹੈਗਾ ਕਿ ਜਿਹੜਾ ਵਿਪਕਸ਼ ਦੇ ਵਿੱਚ ਨਾ ਹੁੰਦੇ ਹੋਏ ਵੀ ਸਾਰੀ ਆਵਾਜ਼ ਵਪਾਰੀਆਂ ਦੀ ਤੋਂ ਲੈ ਕੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਵਾਸਤੇ ਹੱਲਾ ਬੋਲਦੀ, ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਉਹਨਾਂ ਨੇ ਸਾਈਕਲ ਮਾਰਚ ਕੀਤਾ। ਉਹਨਾਂ ਨੇ ਕਿੰਨੇ ਸਮੇਂ ਪਹਿਲਾਂ ਕਿੰਨੇ ਦੂਰ ਅੰਦੇਸ਼ੀ ਨੇਤਾ ਗਏ ਆ, ਉਹਨਾਂ ਨੂੰ ਕਿੰਨੀ ਦੇਰ ਪਹਿਲਾਂ ਪਤਾ ਸੀ ਕਿ ਇਹ ਜਿਹੜਾ ਆਰਡੀਨੈਂਸ ਹੈਗਾ ਇਹ ਕਾਲੇ ਕਾਨੂੰਨ ਦੇ ਵਿੱਚ ਪਰਿਵਰਤਿਤ ਹੋ ਕੇ ਦੈਤ ਬਣ ਕੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਖਾ ਜਾਏਗਾ। ਅਗਰ ਕਿਸਾਨਾਂ ਨੂੰ ਕੋਈ ਦਿੱਕਤ ਆਂਦੀ ਆ ਨਾ ਤੇ ਉਹਦੇ ਨਾਲ ਵਪਾਰੀ ਵਰਗ ਵੀ ਖਤਮ ਹੋ ਜਾਏਗਾ। ਟਾਈਮਜ਼ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਤੁਹਾਨੂੰ ਅਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਛੋਟੀ ਉਮਰ ਦੇ ਵਿੱਚ ਹੀ ਲੋਕ ਇਨਸਾਫ ਪਾਰਟੀ ਦੁਆਰਾ ਜਿਹੜੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਦੇ ਲਈ ਤੇ ਉਹਨਾਂ ਨੂੰ ਹੱਲ ਕਰਵਾਉਣ ਲਈ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਨਵਨੀਤ ਕੁਮਾਰ ਜੀ ਨਾਲ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਹ ਕਿਸ ਤਰ੍ਹਾਂ ਇਸ 'ਤੇ ਜਿਹੜਾ ਖਰਾ ਉਤਰਨ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਬਹੁਤ ਤਹਿ ਦਿਲੋਂ ਸਵਾਗਤ ਕਰਦਾ ਕਿ ਤੁਸੀਂ ਮੈਨੂੰ ਪੁੱਛਿਆ ਉਸ ਬਾਰੇ। ਤੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਲੋਕ ਇਨਸਾਫ ਪਾਰਟੀ ਨੇ ਆਪਣੇ ਵਪਾਰ ਵਿੰਗ ਦਾ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਵਪਾਰੀਆਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਸ ਸੰਬੰਧ ਦੇ ਵਿੱਚ ਮੈਂ ਵਪਾਰੀਆਂ ਦੀ ਮੁਸ਼ਕਲਾਂ ਸੁਣਾ। ਤੇ ਸਾਡੇ ਜਿਹੜੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਹੈਗੇ ਆ ਸਰਪ੍ਰਸਤ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਤੇ ਜਥੇਦਾਰ ਸਰਦਾਰ ਬਲਵਿੰਦਰ ਸਿੰਘ ਬੈਂਸ ਜੀ, ਇਹ ਵਿਧਾਨ ਸਭਾ ਦੇ ਵਿੱਚ ਵਿਪਕਸ਼ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਇਹ ਵਪਾਰੀਆਂ ਦੀ ਆਵਾਜ਼ ਚੁੱਕ ਸਕਦੇ ਆ। ਕਿਉਂਕਿ ਕੋਈ ਵੀ ਸਰਕਾਰ ਅੱਜ ਦੇ ਸਮੇਂ ਦੇ ਵਿੱਚ ਵਪਾਰੀਆਂ ਦੇ ਹਿੱਤਾਂ ਬਾਰੇ ਨਹੀਂ ਸੋਚ ਰਹੀ, ਚਾਹੇ ਉਹ ਕੇਂਦਰ ਸਰਕਾਰ ਹੋਵੇ ਚਾਹੇ ਉਹ ਸੂਬਾ ਸਰਕਾਰ ਹੋਵੇ। ਇਹਨਾਂ ਨੇ ਅੱਜ ਤੱਕ ਵਪਾਰੀਆਂ ਨੂੰ ਸਭ ਨੇ ਮਾਰਿਆ ਹੀ ਆ, ਰਲ ਕੇ ਮਾਰਿਆ ਹੈਗਾ। ਕਿਸੇ ਨੇ ਵੀ ਵਪਾਰੀਆਂ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ। ਅੱਜ ਵਪਾਰੀਆਂ ਦੇ ਹਿੱਤਾਂ ਦੀ ਹਮੇਸ਼ਾ ਗੱਲ ਕਰਦੇ ਆ, ਜਿਵੇਂ ਕਿਸਾਨਾਂ ਦੀ ਰਾਖੀ, ਹਿੱਤਾਂ ਦੀ ਰਾਖੀ ਵਾਸਤੇ ਲੋਕ ਇਨਸਾਫ ਪਾਰਟੀ ਲੜਦੀ ਹੈ, ਇੱਦਾਂ ਹੀ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਲੜਦੀ ਹੈ। ਜਿਵੇਂ ਵੈਟ ਦੀ ਗੱਲ ਕਰੀਏ, ਹੁਣ ਜਿਹੜੇ ਨੋਟਿਸ ਭੇਜੇ ਗਏ ਆ ਸਰਕਾਰ ਵੱਲੋਂ, ਹੁਣ GST ਭਾਵੇਂ ਸ਼ੁਰੂ ਹੋ ਚੁੱਕਿਆ ਪਰ ਵੈਟ ਦੇ ਇੱਕ ਵਾਰ ਫੇਰ ਨੋਟਿਸ ਆਏ ਆ ਵਪਾਰੀਆਂ ਨੂੰ, ਉਹਦੇ ਬਾਰੇ ਕਿਵੇਂ ਹੱਲ ਕਰਵਾਉਣਗੇ? ਦੇਖੋ ਜੀ, ਜਿਹੜੇ ਵੈਟ ਦੇ ਨੋਟਿਸ ਆਏ ਆ ਉਸ ਸੰਬੰਧ ਦੇ ਵਿੱਚ ਆਪਾਂ ਇਹੀ ਕਰਾਂਗੇ ਕਿ ਜਿਹੜੇ ਸਾਡੇ ਪਾਰਟੀ ਪ੍ਰਧਾਨ ਹੈਗੇ ਆ ਇਹਨਾਂ ਨਾਲ ਬੈਠ ਕੇ ਇਸ ਮੁੱਦੇ ਦੇ ਉੱਤੇ ਡਿਸਕਸ ਕਰਕੇ ਜਿਹੜੇ ਵਪਾਰੀਆਂ ਦੇ ਜੋ ਵਿਚਾਰ ਹੈਗੇ ਆ, ਜੋ ਵਪਾਰੀਆਂ ਨੂੰ ਮੁਸ਼ਕਲਾਂ ਆਉਂਦੀਆਂ ਵੈਟ ਦੇ ਸੰਬੰਧ ਦੇ ਵਿੱਚ, ਉਸ ਸੰਬੰਧ ਦੇ ਵਿੱਚ ਕਈ ਵਪਾਰੀਆਂ ਨੇ ਆਪਣੇ ਸੁਝਾਅ ਦਿੱਤੇ ਆ ਜਿਹਦੀ ਕਾਫੀ ਲੰਬੀ ਲਿਸਟ ਹੈਗੀ ਹੈ। ਉਹ ਸਾਰੇ ਸੁਝਾਅ ਅਸੀਂ ਪਾਰਟੀ ਪ੍ਰਧਾਨ ਦੇ ਸਮੁੱਖ ਰੱਖ ਕੇ ਉਹਨਾਂ ਨੂੰ ਦੱਸਦੇ ਹਾਂ ਤੇ ਫਿਰ ਉਹਦੇ ਉੱਤੇ ਅਗਲਾ ਕਦਮ ਉਠਾਇਆ ਜਾਏਗਾ। ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਗੋਲਡ ਸਮਿਥ ਪ੍ਰੋਟੈਕਸ਼ਨ ਐਂਡ ਵੈਲਫੇਅਰ ਫਾਊਂਡੇਸ਼ਨ ਮੇਰੀ NGO ਹੈਗੀ ਹੈ। ਮੈਂ ਜਿਹੜੀਆਂ ਗੋਲਡ ਦੇ ਵਪਾਰੀਆਂ ਨੂੰ ਮੁਸ਼ਕਲਾਂ ਆਉਂਦੀਆਂ ਸੀ, ਆਏ ਦਿਨ ਉਹਨਾਂ ਨੂੰ ਸਭ ਤੋਂ ਵੱਡੀਆਂ ਇੱਕ ਮੁਸ਼ਕਲਾਂ ਆਉਂਦੀਆਂ ਸੀ ਕਿ 411 ਦੇ ਤਹਿਤ ਉਹਨਾਂ ਨੂੰ ਮੁਸ਼ਕਲਾਂ ਇਹ ਆਉਂਦੀਆਂ ਸੀ ਕਿ ਹਰ ਇੱਕ ਵਿਅਕਤੀ ਜਿਹੜੇ ਆ ਸਮਾਜ ਦੇ ਹੈਗੇ ਆ, ਪੁਲਿਸ ਕਮਿਸ਼ਨਰ ਜਾਂ ਜਿਹੜੇ ਸਟੇਸ਼ਨ ਹਾਊਸ ਆਫੀਸਰਸ ਹੈਗੇ ਆ, ਇਹ ਰੋਜ਼ ਉੱਠ ਕੇ ਇੱਕ ਗੱਲ ਕਹਿ ਦਿੰਦੇ ਸੀ ਕਿ ਸੋਨੇ ਦੇ ਵਪਾਰੀ ਨੇ ਚੋਰੀ ਦਾ ਸਮਾਨ ਲਿੱਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਈ ਵੀ ਵਿਅਕਤੀ 50 ਲੱਖ ਜਾਂ 1 ਕਰੋੜ ਰੁਪਏ ਦੀ ਦੁਕਾਨ ਲੈ ਕੇ ਉੱਥੇ ਕੋਈ ਚੋਰੀ ਦਾ ਸਮਾਨ ਨਹੀਂ ਲੈਂਦਾ। ਉੱਥੇ ਉਹ ਸਮਾਨ ਕਾਹਦਾ ਲੈਂਦੇ ਆ? ਜਿਹੜਾ ਆਪ ਦਾ ਬਣਿਆ ਹੋਇਆ ਜਾਂ ਕੁਝ ਵੀ ਹੈ। ਇਹ ਤੇ ਆਪ ਦੀਆਂ ਸਟੇਟ ਦੀਆਂ, ਦੇਖੋ ਸਟੇਟ ਦਾ ਲਾਅ ਐਂਡ ਆਰਡਰ ਜਿਹੜਾ ਹੈਗਾ ਨਾ, ਲਾਅ ਐਂਡ ਆਰਡਰ ਇਟਸ ਅ ਸਟੇਟ ਸਬਜੈਕਟ, ਇਹ ਸਾਡਾ ਸਬਜੈਕਟ ਨਹੀਂ ਹੈਗਾ। ਚੋਰੀਆਂ ਕਰਨੀਆਂ ਸਟੇਟ ਨੇ ਰੋਕਣੀਆਂ, ਅਸੀਂ ਨਹੀਂ ਰੋਕਣੀਆਂ। ਇਹ ਸਟੇਟ ਦੀਆਂ ਸ਼ਾਰਟਕਮਿੰਗਸ ਹੈ, ਲੁਧਿਆਣਾ ਪੁਲਿਸ ਦੀਆਂ ਸ਼ਾਰਟਕਮਿੰਗਸ ਹੈ ਤੇ ਹਰ ਜ਼ਿਲ੍ਹੇ ਦੀਆਂ ਸ਼ਾਰਟਕਮਿੰਗਸ ਹੈ। ਜੇਕਰ ਉਹ ਚੋਰੀਆਂ ਹੋਣ ਹੀ ਨਾ ਦੇਣਗੇ ਤੇ ਇੱਥੋਂ ਤੱਕ ਮੁਸੀਬਤ ਕਿੱਥੋਂ ਤੱਕ ਆਊਗੀ? ਇਹ ਕੀ ਕਰਦੇ ਆ? ਚੋਰ ਆਂਦਾ ਕਹਿੰਦਾ ਜੀ ਕਿ ਮੈਂ ਉਹ ਤੋਂ ਸਮਾਨ ਲਿੱਤਾ। ਬੀਤੇ ਦਿਨਾਂ ਕਮਿਸ਼ਨਰ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ 18 ਤੋਂ 45 ਸਾਲ ਦੇ ਵਿਅਕਤੀ ਤੋਂ ਸਮਾਨ ਨਾ ਖਰੀਦਾ ਜਾਵੇ, ਜਦ ਕਿ ਆਰਟੀਕਲ 19 ਦੇ ਤਹਿਤ, ਸੰਵਿਧਾਨ ਦੇ ਆਰਟੀਕਲ 19 ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਆਪ ਦਾ ਕੰਮ ਕਰਨ ਦੀ ਇਜਾਜ਼ਤ ਹੈਗੀ। ਉਹ ਆਪ ਦਾ ਕੰਮ ਆਪ ਦੇ ਤਰੀਕੇ ਨਾਲ ਕਰ ਸਕਦਾ ਹੈਗਾ। ਸੂਬਾ ਸਰਕਾਰ ਨੇ ਅਲੱਗ-ਅਲੱਗ ਤਰੀਕੇ ਨਾਲ ਜਾਂ ਕੇਂਦਰ ਸਰਕਾਰ ਨੇ ਅੱਜ ਤੱਕ ਧੱਕਾ ਹੀ ਕੀਤਾ ਵਪਾਰੀਆਂ ਨਾਲ, ਚਾਹੇ ਉਹ ਨੋਟਬੰਦੀ ਦੇ ਫੈਸਲੇ ਹੋਣ, ਚਾਹੇ ਉਹ ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਹੋਣ। ਹਮੇਸ਼ਾ ਵਪਾਰੀਆਂ ਨਾਲ ਧੱਕਾ ਹੁੰਦਾ ਹੈ। ਤੇ ਮੈਂ ਹੁਣ ਜਦੋਂ ਮੈਨੂੰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਸਾਹਿਬ ਨੇ ਜ਼ਿੰਮੇਵਾਰੀ ਦਿੱਤੀ, ਕਿਉਂਕਿ ਮੈਂ ਉਹਨਾਂ ਨੂੰ ਮਿਲਿਆ, ਮੈਂ ਉਹਨਾਂ ਨੂੰ ਦੱਸਿਆ ਕਿ ਮੈਂ NGO ਚਲਾਉਣਾ, ਸਾਡੇ ਵਪਾਰੀ ਵਰਗ ਨੂੰ ਬਹੁਤ ਦਿੱਕਤਾਂ ਆ ਰਹੀਆਂ ਹੈਗੀਆਂ, ਜਿਸ ਸੰਬੰਧ ਦੇ ਵਿੱਚ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਸ ਸੰਬੰਧ ਦੇ ਵਿੱਚ ਚੀਫ ਸੈਕਟਰੀ ਸਾਹਿਬ ਨੂੰ ਇੱਕ ਰੀਪ੍ਰੈਜ਼ੈਂਟੇਸ਼ਨ ਵੀ ਦਿੱਤੀ ਹੈ।
ਉਹ ਡੇਟ ਉਹਨਾਂ ਨੂੰ ਸਾਰੀ ਰਿਪਰੈਜ਼ੈਂਟੇਸ਼ਨ ਦੀ ਜ਼ੈਰੋਕਸ ਕਾਪੀ ਦਿੱਤੀ ਤੇ ਵਪਾਰੀ ਵਰਗ ਦੱਬਿਆ ਜਾ ਰਿਹਾ। ਫਿਰ ਉਹਨਾਂ ਨੇ ਇਸ ਮੁੱਦੇ ਉੱਤੇ ਬੜੀ ਗੰਭੀਰ ਚਰਚਾ ਹੋਈ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵਪਾਰੀ ਵਰਗ ਦਾ ਜਿਹੜਾ ਹਾਲ ਹੈਗਾ ਸਾਰੇ ਲੁਧਿਆਣੇ ਦੇ ਮੈਂ ਵਿਜ਼ਿਟ ਕਰਕੇ ਉਹਨਾਂ ਨੂੰ ਮੈਂ 1 ਬਾਏ 1 ਸਾਰੀਆਂ ਚੀਜ਼ਾਂ ਨਾਲ ਅਵਗਤ ਕਰਾਇਆ ਤੇ ਹੁਣ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਤੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਵਪਾਰੀਆਂ ਦੇ ਹਿੱਤਾਂ ਦੀ ਆਵਾਜ਼ ਚੁੱਕ ਸਕਾਂ। ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਵਪਾਰੀਆਂ ਦਾ ਜਿਹੜਾ ਸਾਥ ਹੋਏਗਾ ਤੁਹਾਡਾ, ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਮੁਸ਼ਕਲਾਂ ਦਾ ਹੱਲ ਹੋਵੇਗਾ? ਦੇਖੋ ਜੀ, ਵਪਾਰੀਆਂ ਦਾ ਸਾਥ ਦੇਣਾ ਪਹਿਲਾਂ ਤੇ ਮੇਰਾ ਫਰਜ਼ ਹੈਗਾ। ਉਹ ਇਸ ਕਰਕੇ ਕਿ ਮੈਂ ਖੁਦ ਵੀ ਇੱਕ ਵਪਾਰੀ ਹਾਂ, ਮੈਂ ਕਾਰੋਬਾਰ ਕਰਦਾ ਹਾਂ ਤੇ ਮੈਨੂੰ ਹਰ ਕਾਰੋਬਾਰ ਕਰਨ ਵਾਲੇ ਦੀ ਟ੍ਰੇਡ ਦੀ ਸਮੱਸਿਆ ਦਾ ਪਤਾ ਹੈਗਾ ਕਿ ਉਹਨੂੰ ਸਮੱਸਿਆਵਾਂ ਆਉਂਦੀਆਂ ਕਿਉਂਕਿ ਆਏ ਦਿਨ ਉਹਨੂੰ ਅਲੱਗ-ਅਲੱਗ ਨਵੇਂ ਕਾਨੂੰਨ ਪਾਸ ਕੀਤੇ ਜਾ ਰਹੇ ਆ, ਉਹਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਜਿਹੜਾ ਮਡੀਓਕਰ ਮੈਨ ਆ ਉਹ ਦੱਬਦਾ ਹੀ ਜਾ ਰਿਹਾ, ਨਿਰੰਤਰ ਉਹ ਦੱਬਿਆ ਜਾ ਰਿਹਾ। ਉਹਨੂੰ ਹਰ ਕੋਈ ਦੱਬ ਦਿੰਦਾ, ਚਾਹੇ ਉਹ ਕੋਈ ਵੀ ਬੰਦਾ ਹੋਵੇ, ਕਾਨੂੰਨ ਹੋਵੇ, ਚਾਹੇ ਸਿਆਸਤਦਾਨ ਹੋਣ। ਸਿਰਫ ਲੋਕ ਇਨਸਾਫ ਪਾਰਟੀ ਇੱਕ ਐਸਾ ਮੰਚ ਹੈਗਾ ਕਿ ਜਿਹੜਾ ਵਿਪਕਸ਼ ਦੇ ਵਿੱਚ ਨਾ ਹੁੰਦਿਆਂ ਹੋਇਆ ਵੀ ਸਾਰੀ ਆਵਾਜ਼ ਵਪਾਰੀਆਂ ਦੇ ਤੋਂ ਲੈ ਕੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਵਾਸਤੇ ਹੱਲਾ ਬੋਲਦੀ ਹੈ ਤੇ ਹਮੇਸ਼ਾ ਉਹਨਾਂ ਨੇ, ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਉਹਨਾਂ ਨੇ ਸਾਈਕਲ ਮਾਰਚ ਕੀਤਾ। ਉਹਨਾਂ ਨੇ ਕਿੰਨੇ ਸਮੇਂ ਪਹਿਲਾਂ ਕਿੰਨੇ ਦੂਰ ਅੰਦੇਸ਼ੀ ਨੇਤਾ ਗਏ ਆ, ਉਹਨਾਂ ਨੂੰ ਕਿੰਨੀ ਦੇਰ ਪਹਿਲਾਂ ਪਤਾ ਸੀ ਕਿ ਇਹ ਜਿਹੜਾ ਆਰਡੀਨੈਂਸ ਹੈਗਾ ਇਹ ਕਾਲੇ ਕਾਨੂੰਨ ਦੇ ਵਿੱਚ ਪਰਿਵਰਤਿਤ ਹੋ ਕੇ ਦੈਤ ਬਣ ਕੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਖਾ ਜਾਏਗਾ ਤੇ ਉਹਨਾਂ ਨੇ ਇਹਦੇ ਵਾਸਤੇ ਸਾਈਕਲ ਤੇ ਯਾਤਰਾ ਕੀਤੀ, ਸਾਰੇ ਹਿੰਦੁਸਤਾਨ ਨੂੰ ਚਿਤਾਇਆ। ਪਰ ਤੁਸੀਂ ਦੇਖ ਹੀ ਸਕਦੇ ਹੋ ਅੱਜ ਉਹ ਕਾਲਾ ਕਾਨੂੰਨ ਪਾਸ ਹੋ ਗਿਆ। ਜੇਕਰ ਸਮੇਂ ਰਹਿੰਦਿਆਂ ਸਾਰੀ ਰਾਜਨੀਤਿਕ ਪਾਰਟੀਆਂ ਨੇ ਬੈਂਸ ਸਾਹਿਬ ਦਾ ਸਮਰਥਨ ਕੀਤਾ ਹੁੰਦਾ, ਉਸ ਸਾਈਕਲ ਯਾਤਰਾ ਦਾ ਹਿੰਦੁਸਤਾਨ ਦੇ ਲੋਕਾਂ ਨੇ ਵੀ ਸਮਰਥਨ ਕੀਤਾ ਹੁੰਦਾ ਤੇ ਅੱਜ ਦਿੱਕਤ ਨਾ ਆਉਂਦੀ। ਅਗਰ ਕਿਸਾਨਾਂ ਨੂੰ ਕੋਈ ਦਿੱਕਤ ਆਉਂਦੀ ਆ ਨਾ ਤੇ ਉਹਦੇ ਨਾਲ ਵਪਾਰੀ ਵਰਗ ਵੀ ਖਤਮ ਹੋ ਜਾਏਗਾ। ਮੈਂ ਸਭ ਨੂੰ ਇਹ ਦੱਸਣਾ ਚਾਹੁੰਦਾ, ਵਪਾਰੀਆਂ ਨੂੰ ਖਾਸ ਕਰਕੇ, ਕਿ ਤੁਸੀਂ ਇਹ ਨਾ ਸੋਚੋ ਕਿ ਅੱਜ ਕਿਸਾਨਾਂ ਨੂੰ ਦਿੱਕਤ ਆਈ ਹੈ ਤੇ ਕੱਲ ਨੂੰ ਤੁਹਾਨੂੰ ਨਹੀਂ ਆਣੀ, ਤੁਸੀਂ ਵੀ ਨਹੀਂ ਬਚ ਸਕਦੇ। ਤੁਹਾਨੂੰ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਟਰਾਂਸਪੋਰਟੇਸ਼ਨ ਦਾ ਕਾਰੋਬਾਰ ਵੀ ਤਬਾਹ ਹੋਣ ਦੇ ਕਗਾਰ ਤੇ ਆ ਗਿਆ। ਜਿਸ ਤਰ੍ਹਾਂ ਅੰਦੋਲਨ ਚੱਲ ਰਿਹਾ, ਕਿਸਾਨ ਅੰਦੋਲਨ, ਕੀ ਹੁਣ ਵਪਾਰੀ ਉਸ ਅੰਦੋਲਨ ਦਾ ਹਿੱਸਾ ਬਣਨਗੇ? ਬਿਲਕੁਲ ਜੀ, ਵਪਾਰੀ ਬਣਨਗੇ। ਮੈਂ ਔਰ ਮੇਰੇ ਵਪਾਰੀ ਵਰਗ ਦੇ ਭਰਾ ਤੇ ਭਾਈਚਾਰਾ ਤੇ ਹੋਰ ਜਿੰਨੇ ਜਥੇਬੰਦੀਆਂ ਹੈਗੀਆਂ, ਜਿਹੜੀ ਅਲੱਗ-ਅਲੱਗ ਐਸੋਸੀਏਸ਼ਨਸ ਹੈਗੀਆਂ, ਉਹਨਾਂ ਦੇ ਪ੍ਰਧਾਨ ਇਕਜੁੱਟ ਹੋ ਕੇ ਲੈ ਕੇ ਅਸੀਂ प्रयास करेंगे क्योंकि कोशिशें अक्सर कामयाब होती हैं, वादे अक्सर टूट जाते हैं। ਅਸੀਂ ਕੋਸ਼ਿਸ਼ ਕਰਾਂਗੇ। ਸੋ ਇਹ ਸੀਗੇ ਨਵਨੀਤ ਕੁਮਾਰ ਜਿਨ੍ਹਾਂ ਨੇ ਦੱਸਿਆ ਕਿ ਵਪਾਰੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਉਹ ਤੁਰੰਤ ਕਰਾਉਣਗੇ ਅਤੇ ਜੋ ਕਿਸਾਨ ਅੰਦੋਲਨ ਚੱਲ ਰਿਹਾ ਉਸ ਦੇ ਵਿੱਚ ਹੁਣ ਵਪਾਰੀ ਵੀ ਕਿਸਾਨਾਂ ਦੇ ਨਾਲ ਨੇ ਤੇ ਜੋ ਇਹ ਅੰਦੋਲਨ ਹੈ ਉਹ ਵੱਡਾ ਰੂਪ ਲਏਗਾ ਤੇ ਇਸ ਜਿਹੜੇ ਖੇਤੀ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਵਾ ਕੇ ਹੀ ਹਟੇਗਾ। ਕੈਮਰਾਮੈਨ ਗੋਲਡੀ ਦੇ ਨਾਲ ਅਮਨਦੀਪ, ਟਾਈਮਜ਼ ਪੰਜਾਬ TV।